Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ 94ਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਾਲਾ ਮਹਿਲਾ ਪੰਜਵਾਂ। ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ ਰਹਾਓ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਹੋਰ ਜਿੰਨੇ ਵੀ ਮਿੱਥੇ ਹੋਏ ਧਾਰਮਿਕ ਕਾਰਜ ਮਨੁੱਖ ਕਰਦਾ ਹੈ ਉਹ ਸਾਰੇ ਵਿਰਥੇ ਚਲੇ ਜਾਂਦੇ ਹਨ। ਉਹ ਸਾਰੇ ਕੰਮ ਵਿਅਰਥ ਹਨ। ਕੋਈ ਜਪ ਕਰਦਾ ਹੈ, ਕੋਈ ਤਪ ਕਰਦਾ ਹੈ, ਕੋਈ ਸੰਜਮ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਆਪਣੀਆਂ ਇੰਦਰੀਆਂ ਨੂੰ ਵੱਸ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਇਹ ਸਾਰੇ ਕਾਰਜ ਉਹਦੀ ਮਾਨਸਿਕਤਾ ਨੂੰ ਖੋਰਾ ਹੀ ਲਾਉਂਦੇ ਹਨ, ਉਹਨੂੰ ਠੱਗਦੇ ਹਨ। ਮੂਸੇ ਤੋਂ ਭਾਵ ਠੱਗੇ ਜਾਣਾ। ਜੇਕਰ ਤੁਸੀਂ 5 ਵਿਕਾਰਾਂ ਦੇ ਬਾਰੇ 'ਚ ਪਾਈਆਂ ਹੋਈਆਂ ਸਾਡੀਆਂ ਵੀਡੀਓਜ਼ ਨਹੀਂ ਵੇਖੀਆਂ ਹਨ ਤਾਂ ਇੱਕ ਗੁਜ਼ਾਰਿਸ਼ ਹੈ ਕਿ ਜ਼ਰੂਰ ਵੇਖਿਓ। ਉਹਨਾਂ ਦੇ ਵਿੱਚ ਇਹਨਾਂ ਵਿਕਾਰਾਂ ਦੇ ਪਿੱਛੇ ਦੀ ਸਾਡੀ ਬਾਇਓਲੋਜੀਕਲ ਨੀਡ, ਸਾਡੀ ਬਾਇਓਲੋਜੀਕਲ ਜ਼ਰੂਰਤ ਕੀ ਹੈ, ਉਹ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। 5 ਇਹ ਵਿਕਾਰ ਜਿਨ੍ਹਾਂ ਨੂੰ ਅਸੀਂ ਵਿਕਾਰ ਕਹਿੰਦੇ ਹਾਂ, ਗੁਰੂ ਸਾਹਿਬਾਨ ਨੇ ਵੀ ਇਹਨਾਂ ਨੂੰ ਵਿਕਾਰ ਕਿਹਾ ਹੈ। ਇਹ ਵਿਕਾਰ ਵੀ ਹਨ, ਪਰ ਇਹਦੇ ਨਾਲ ਨਾਲ ਇਹਨਾਂ ਦੀ ਮਨੁੱਖ ਨੂੰ ਜਾਂ ਹਰ ਇੱਕ ਜੀਵ ਨੂੰ ਜ਼ਰੂਰਤ ਵੀ ਹੈ। ਜੇ ਇਹ ਭਾਵਨਾਵਾਂ ਸਾਡੇ ਅੰਦਰ ਹਨ ਤਾਂ ਉਸ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਹਨ। ਉਸ ਪਰਮਾਤਮਾ ਨੇ ਇਹ ਭਾਵਨਾਵਾਂ ਸਾਡੇ ਅੰਦਰ ਕਿਸੇ ਵਜ੍ਹਾ ਕਰਕੇ ਹੀ ਪਾਈਆਂ ਨੇ। ਰੌਲਾ ਉੱਥੇ ਪੈ ਜਾਂਦਾ ਹੈ ਜਦ ਇਹ ਸਾਡੇ ਵੱਸੋਂ ਬਾਹਰ ਹੋ ਜਾਂਦੀਆਂ ਨੇ। ਜਦੋਂ ਇਹਨਾਂ ਭਾਵਨਾਵਾਂ ਦੀ ਗ੍ਰਿਫਤ ਦੇ ਵਿੱਚ ਆ ਕੇ ਅਸੀਂ ਚੰਗੇ ਅਤੇ ਮਾੜੇ ਦਾ ਭੇਦ ਭੁੱਲ ਜਾਂਦੇ ਹਾਂ ਅਤੇ ਇਹਨਾਂ ਭਾਵਨਾਵਾਂ ਦੇ ਤਹਿਤ ਅਸੀਂ ਮਾੜੇ ਕੰਮ ਕਰਨ ਲੱਗਦੇ ਹਾਂ, ਦੂਸਰਿਆਂ ਦਾ ਨੁਕਸਾਨ ਕਰਨ ਲੱਗਦੇ ਹਾਂ, ਉਦੋਂ ਇਹ ਅਸਲ ਦੇ ਵਿੱਚ ਵਿਕਾਰ ਬਣ ਜਾਂਦੇ ਨੇ। ਤਾਂ ਸੰਜਮ ਕਰਨਾ, ਆਪਣੀਆਂ ਇੰਦਰੀਆਂ ਨੂੰ ਵੱਸ ਦੇ ਵਿੱਚ ਕਰਨ ਦੀ ਜੋ ਕੋਸ਼ਿਸ਼ ਕਰਨੀ ਹੈ, ਉਹ ਕਿਤੇ ਨਾ ਕਿਤੇ ਪਰਮਾਤਮਾ ਦੀ ਮਰਜ਼ੀ ਦੇ ਖਿਲਾਫ ਜਾਣਾ ਹੈ। ਉਹਨਾਂ ਨੇ ਜੋ ਇੰਦਰੀਆਂ ਸਾਨੂੰ ਬਖਸ਼ੀਆਂ ਨੇ, ਉਹਨਾਂ ਸਾਰੀਆਂ ਇੰਦਰੀਆਂ ਦੇ ਆਪਣੇ ਆਪਣੇ ਕਾਰਜ ਨੇ, ਅਤੇ ਜੇਕਰ ਉਹਨਾਂ ਨੂੰ ਉਹ ਕਾਰਜ ਕਰਨ ਤੋਂ ਅਸੀਂ ਰੋਕਦੇ ਹਾਂ, ਵਰਜਦੇ ਹਾਂ, ਤਾਂ ਇਹ ਕੁਦਰਤ ਦੇ ਨਿਯਮ ਦੀ ਖਿਲਾਫੀਅਤ ਹੈ। ਅਤੇ ਉੱਥੇ ਹੀ ਜੇ ਅਸੀਂ ਲੋੜੋਂ ਵੱਧ ਉਹਨਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਵੀ ਇਹ ਕੁਦਰਤ ਦੇ ਨਿਯਮ ਦੀ ਖਿਲਾਫੀਅਤ ਹੈ। ਜੋ ਸਾਡਾ ਮਕਸਦ ਹੈ ਉਹ ਹੈ ਕਿ ਅਸੀਂ ਇਹਨਾਂ ਇੰਦਰੀਆਂ ਦੇ ਕਾਰਜਾਂ ਨੂੰ, ਕੰਮਾਂ ਨੂੰ, ਫਰਜ਼ਾਂ ਨੂੰ ਸਮਝੀਏ ਅਤੇ ਉਹਨਾਂ ਦੇ ਅਨੁਸਾਰ ਇਹਨਾਂ ਤੋਂ ਕੰਮ ਲਈਏ, ਨਾ ਜ਼ਿਆਦਾ ਨਾ ਥੋੜ੍ਹਾ। ਅੱਗੇ ਵੱਧਦੇ ਹਾਂ। ਵਰਤ ਨੇਮ ਸੰਜਮ ਮਹਿ ਰਹਿਤਾ, ਤਿਨਕਾ ਆਡ ਨਾ ਪਾਇਆ, ਆਗਾ ਚੱਲਣ ਔਰ ਹੈ ਭਾਈ, ਊਹਾਂ ਕਾਮ ਨਾ ਆਇਆ। ਮਨੁੱਖ ਵਰਤ ਰੱਖਦਾ ਹੈ ਅਤੇ ਸੰਜਮਾਂ ਆਦਿ ਦੇ ਨੇਮ ਵਿੱਚ ਹੀ ਰੁੱਝਾ ਰਹਿੰਦਾ ਹੈ, ਪਰ ਗੁਰੂ ਜੀ ਕਹਿੰਦੇ ਕਿ ਪਰਮਾਤਮਾ ਦੀ ਦਰਗਾਹ 'ਤੇ ਇਹਨਾਂ ਦਾ ਕੌਡੀ ਮੁੱਲ ਵੀ ਨਹੀਂ ਪੈਂਦਾ। ਜਿਹੜੀ ਚੀਜ਼ ਪਰਮਾਤਮਾ ਦੀ ਦਰਗਾਹ ਤੱਕ ਤੁਹਾਡਾ ਸਾਥ ਨਿਭਾਉਣ ਵਾਲੀ ਹੈ, ਜਿਹੜੀ ਚੀਜ਼ ਪ੍ਰਲੋਕ ਦੇ ਵਿੱਚ ਤੁਹਾਡਾ ਸਾਥ ਨਿਭਾਉਣ ਵਾਲੀ ਹੈ, ਉਹ ਹੋਰ ਹੈ। ਇਹ ਜੋ ਕਾਰਜ ਹਨ, ਵਰਤ ਰੱਖਣੇ, ਸੰਜਮ ਰੱਖਣੇ, ਇਹ ਪ੍ਰਲੋਕ ਦੇ ਵਿੱਚ ਤੁਹਾਡਾ ਸਾਥ ਨਹੀਂ ਦਿੰਦੇ, ਅਤੇ ਇਹ ਦੋਨੋਂ ਤਰ੍ਹਾਂ ਦੇ ਪ੍ਰਲੋਕ ਵਿੱਚ ਹੀ ਤੁਹਾਡਾ ਸਾਥ ਨਹੀਂ ਦਿੰਦੇ। ਨਾ ਹੀ ਤਾਂ ਜੇਕਰ ਅਸੀਂ ਮੌਤ ਤੋਂ ਬਾਅਦ ਵਾਲੇ ਪ੍ਰਲੋਕ ਦੀ ਗੱਲ ਕਰੀਏ, ਉੱਥੇ ਹੀ ਤੁਹਾਡੇ ਕੰਮ ਆਉਣੇ ਨੇ, ਅਤੇ ਨਾ ਹੀ ਇਸ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਡੇ 'ਤੇ ਕੋਈ ਮਾੜਾ ਵਕਤ ਆਉਣਾ, ਉਦੋਂ ਇਹਨਾਂ ਨੇ ਤੁਹਾਡਾ ਕੋਈ ਸਾਥ ਦੇਣਾ। ਤੁਸੀਂ ਖੁਦ ਸੋਚੋ, ਦੇਵਤਿਆਂ ਖੁਸ਼ ਕਰਨ ਦੇ ਲਈ ਲੋਕ ਵਰਤ ਰੱਖਦੇ ਨੇ। ਉਹ ਵਰਤ ਇੱਕ ਦਿਨ ਦਾ ਹੁੰਦਾ, ਹਫ਼ਤੇ ਦਾ ਵੀ ਹੋ ਸਕਦਾ ਹੈ, ਮਹੀਨੇ ਦਾ ਵੀ ਹੋ ਸਕਦਾ ਹੈ। ਪਰਮਾਤਮਾ ਨੂੰ ਜਾਂ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ ਉਹ ਵਰਤ ਰੱਖੇ ਜਾਂਦੇ ਨੇ। ਜੇਕਰ ਤੁਸੀਂ ਉਹ ਵਰਤ ਕਦੇ ਰੱਖੇ ਹੋਣ, ਤੁਹਾਨੂੰ ਉਹਨਾਂ ਦਾ ਅਨੁਭਵ ਹੋਵੇ, ਤਾਂ ਤੁਹਾਡੇ ਲਈ ਇਹ ਜਾਣ ਸਕਣਾ ਸੌਖਾ ਹੋਏਗਾ, ਇਸ ਗੱਲ ਦੀ ਪੜਤਾਲ ਕਰ ਸਕਣੀ ਸੌਖੀ ਹੋਏਗੀ ਕਿ ਕੀ ਜਦੋਂ ਤੁਹਾਡੇ 'ਤੇ ਕੋਈ ਮਾੜਾ ਵਕਤ ਆਇਆ
ਤਾਂ ਉਹਨਾਂ ਵਰਤਾਂ ਨੇ ਤੁਹਾਡਾ ਕੋਈ ਸਾਥ ਦਿੱਤਾ? ਜਿਹੜੇ ਮਨੁੱਖ ਨੇ ਕਦੇ ਇਹ ਵਰਤ ਨਹੀਂ ਰੱਖੇ ਉਹਦੇ ਲਈ ਇਹ ਪੜਤਾਲ ਕਰਨੀ ਤੇ ਔਖੀ ਹੈ, ਪਰ ਉਹਨਾਂ ਲਈ ਇਹ ਸੰਦੇਸ਼ ਹੈ ਕਿ ਇਹ ਮੰਨ ਕੇ ਚੱਲੋ ਕਿ ਤੁਹਾਡੇ ਰੱਖੇ ਹੋਏ ਵਰਤ ਤੁਹਾਡੇ ਮਾੜੇ ਸਮੇਂ ਦੇ ਵਿੱਚ ਤੁਹਾਨੂੰ ਸਥਿਰ ਰੱਖਣ ਦੇ ਲਈ ਰੱਤੀ ਭਰ ਵੀ ਸਾਥ ਨਹੀਂ ਦੇਣਗੇ। ਉਹ ਵਰਤ ਜਿਹੜਾ ਇੱਕ ਦਿਨ ਦਾ ਹੈ, ਇੱਕ ਦਿਨ ਤੁਸੀਂ ਭੁੱਖੇ ਰਹੇ ਹੋ, ਤੁਹਾਡੇ ਸਰੀਰ ਨੂੰ ਉਹਦਾ ਕੋਈ ਨਾ ਕੋਈ ਫਾਇਦਾ ਹੋ ਵੀ ਸਕਦਾ ਹੈ, ਵਿਗਿਆਨ ਦੇ ਮੁਤਾਬਕ ਵੀ ਇਹ ਗੱਲ ਮੰਨੀ ਜਾਂਦੀ ਹੈ। ਪਰ ਜੇ ਤੁਹਾਡੀ ਸੋਚ ਉਹਦੇ ਪਿੱਛੇ ਇਹ ਹੈ ਕਿ ਇਹਦੇ ਨਾਲ ਅਸੀਂ ਪਰਮਾਤਮਾ ਨੂੰ ਖੁਸ਼ ਕਰਨਾ ਹੈ ਜਾਂ ਕਿਸੇ ਦੇਵਤੇ ਨੂੰ ਖੁਸ਼ ਕਰਨਾ ਹੈ, ਤਾਂ ਉਹ ਸਰਾਸਰ ਝੂਠੀ ਗੱਲ ਹੈ। ਦੇਵਤਿਆਂ ਨੂੰ ਤੁਸੀਂ ਖੁਸ਼ ਕਿਉਂ ਕਰਦੇ ਹੋ, ਜਾਂ ਖੁਸ਼ ਕਰਨ ਦੀ ਇਹ ਜੋ ਸੋਚ ਹੈ ਇਹ ਕਿਉਂ ਆਉਂਦੀ ਹੈ? ਤਾਂ ਕਿ ਮਾੜੇ ਸਮੇਂ ਦੇ ਵਿੱਚ ਉਹ ਦੇਵਤੇ ਤੁਹਾਡੀ ਮਦਦ ਕਰਨ। ਤੇ ਅਸੀਂ ਆਪਣੇ ਅਨੁਭਵਾਂ ਤੋਂ ਸਿੱਖ ਸਕਦੇ ਹਾਂ ਕਿ ਮਾੜੇ ਸਮਿਆਂ ਦੇ ਵਿੱਚ ਧਾਰਮਿਕ ਤੋਂ ਧਾਰਮਿਕ ਮਨੁੱਖ ਵੀ ਅਸੀਂ ਵਿਆਕੁਲ ਹੁੰਦੇ ਵੇਖੇ ਹਨ। ਜਿਹੜੇ ਮਨੁੱਖ ਸਦਾ ਧਾਰਮਿਕ ਕਾਰਜਾਂ ਦੇ ਵਿੱਚ ਰੁੱਝੇ ਰਹਿੰਦੇ ਨੇ, ਆਪਣੇ ਆਪ ਨੂੰ ਪ੍ਰਮਾਤਮਾ ਦੇ ਬਹੁਤ ਨੇੜੇ ਸਮਝਦੇ ਨੇ, ਥੋੜ੍ਹਾ ਜਿਹਾ ਮਾੜਾ ਸਮਾਂ ਆਉਣ 'ਤੇ ਉਹ ਵਿਆਕੁਲ ਹੋ ਜਾਂਦੇ ਨੇ, ਅਸਥਿਰ ਹੋ ਜਾਂਦੇ ਨੇ, ਚਿੰਤਤ ਹੋ ਜਾਂਦੇ ਨੇ। ਤਾਂ ਇੱਥੇ ਹੁਣ ਇਹ ਦੱਸੋ ਕਿ ਉਹਨਾਂ ਦੇ ਕੀਤੇ ਹੋਏ ਧਾਰਮਿਕ ਕੰਮ ਕਿਸ ਕੰਮ ਆਏ? ਉਹਨਾਂ ਦੇ ਮਨ ਨੂੰ ਸਥਿਰ ਰੱਖਣ ਦੇ ਵਿੱਚ ਉਹਨਾਂ ਧਾਰਮਿਕ ਕਾਰਜਾਂ ਦਾ ਕੀ ਯੋਗਦਾਨ ਪਿਆ? ਤੇ ਇਹ ਗੱਲ ਸਿਰਫ ਵਰਤਾਂ 'ਤੇ ਜਾਂ ਆਪਣੀਆਂ ਇੰਦਰੀਆਂ ਨੂੰ ਵਸ ਕਰਨ ਦੇ ਧਾਰਮਿਕ ਕਾਰਜਾਂ 'ਤੇ ਹੀ ਲਾਗੂ ਨਹੀਂ ਹੁੰਦੀ। ਹਰ ਪ੍ਰਕਾਰ ਦੇ ਮਿੱਥੇ ਹੋਏ ਧਾਰਮਿਕ ਕਾਰਜ 'ਤੇ ਬਰਾਬਰ ਮਾਤਰਾ ਦੇ ਵਿੱਚ ਲਾਗੂ ਹੁੰਦੀ ਹੈ, ਬਿਨਾਂ ਕਿਸੇ ਭੇਦਭਾਵ ਤੋਂ। ਇੱਥੇ ਇਹ ਗੱਲ ਵੀ ਸਪਸ਼ਟ ਕਰ ਦੇਣੀ ਚਾਹੁੰਦੇ ਹਾਂ ਕਿ ਜਿਹੜੇ ਮਨੁੱਖ ਪਾਠ ਕਰਦੇ ਹਨ, ਨਿਯਮਿਤ ਤੌਰ 'ਤੇ ਪਾਠ ਕਰਦੇ ਹਨ, ਪਰ ਬਾਣੀ ਨੂੰ ਨਹੀਂ ਸਮਝਦੇ, ਜਿਨ੍ਹਾਂ ਦਾ ਧਿਆਨ ਜੋ ਹੈ ਸਿਰਫ ਮਿੱਥੇ ਹੋਏ ਧਾਰਮਿਕ ਕਾਰਜ ਦੇ ਤੌਰ 'ਤੇ ਪਾਠ ਕਰਨ ਦੇ ਵਿੱਚ ਲੱਗਾ ਹੋਇਆ ਹੈ, ਉਹਨਾਂ ਨੇ ਕਦੇ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਮਾੜੇ ਸਮੇਂ ਔਖੇ ਸਮੇਂ ਦੇ ਵਿੱਚ ਉਹ ਮਨੁੱਖ ਵੀ ਬਰਾਬਰ ਮਾਤਰਾ ਦੇ ਵਿੱਚ ਵਿਆਕੁਲ ਹੁੰਦੇ ਨੇ, ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ, ਉਹਨਾਂ ਨੇ ਬਾਣੀ ਨੂੰ ਕਦੇ ਸਮਝਿਆ ਨਹੀਂ। ਤੇ ਦੂਜੇ ਪਾਸੇ ਅਜਿਹੇ ਮਨੁੱਖ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਬਾਣੀ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੈ, ਪਰ ਉਹ ਫਿਰ ਵੀ ਨਿਯਮਿਤ ਤੌਰ 'ਤੇ ਪਾਠ ਨਹੀਂ ਕਰਦੇ। ਮਾੜੇ ਸਮੇਂ ਦੇ ਵਿੱਚ ਉਹ ਮਨੁੱਖ ਤੁਹਾਨੂੰ ਵੱਧ ਸਥਿਰ ਜਾਪਣਗੇ, ਕਿਉਂਕਿ ਉਹਨਾਂ ਦੀ ਅਸਲ ਦੇ ਵਿੱਚ ਬਿਰਤੀ ਉਸ ਪ੍ਰਮਾਤਮਾ ਦੇ ਨਾਲ ਜੁੜੀ ਹੈ, ਉਹਨਾਂ ਦਾ ਧਿਆਨ ਉਸ ਪ੍ਰਮਾਤਮਾ ਦੇ ਵਿੱਚ ਲੱਗਾ ਹੈ, ਨਾ ਕਿ ਮਿੱਥੇ ਹੋਏ ਧਾਰਮਿਕ ਕਾਰਜ ਕਰਨ ਦੇ ਵਿੱਚ। ਫਰਕ ਹੈ ਦੋਨੋਂ ਚੀਜ਼ਾਂ ਦੇ ਵਿੱਚ। ਬਾਣੀ ਅਸਲ ਦੇ ਵਿੱਚ ਸਾਨੂੰ ਧਾਰਮਿਕ ਨਾ ਬਣਾ ਕੇ ਅਧਿਆਤਮਕ ਬਣਾਉਂਦੀ ਹੈ। ਅਧਿਆਤਮਿਕਤਾ ਦੇ ਵਿੱਚ ਧਾਰਮਿਕ ਪੱਖ ਜ਼ਰੂਰ ਹੁੰਦਾ ਹੈ, ਤੇ ਅਧਿਆਤਮਿਕਤਾ ਮਨੁੱਖੀ ਮਨ ਦੀ ਧਾਰਮਿਕਤਾ ਤੋਂ ਵੀ ਉੱਪਰ ਦੀ ਅਵਸਥਾ ਹੈ, ਤੇ ਬਾਣੀ ਸਾਨੂੰ ਉਸ ਅਵਸਥਾ ਤੱਕ ਲਿਜਾਂਦੀ ਹੈ। ਅੱਗੇ ਵੱਧਦੇ ਹਾਂ। ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੈ ਠੌਰ ਨਾ ਪਾਵੈ, ਊਹਾ ਕਾਮ ਨਾ ਆਵੈ ਇਹ ਵਿਦ ਉਹ ਲੋਗਨ ਹੀ ਪਤਿਆਵੈ। ਕਈ ਮਨੁੱਖ ਤੀਰਥ ਇਸ਼ਨਾਨ ਕਰਦੇ ਨੇ, ਦੂਰ ਦਰਾਡੀਆਂ ਥਾਵਾਂ 'ਤੇ ਤੀਰਥ ਇਸ਼ਨਾਨ ਕਰਨ ਦੇ ਲਈ ਜਾਂਦੇ ਨੇ। ਕਈ ਮਨੁੱਖ ਧਰਤੀ ਨੂੰ ਘੁੰਮਦੇ ਫਿਰਦੇ ਨੇ, ਧਰਤੀ 'ਤੇ ਭਟਕਦੇ ਫਿਰਦੇ ਨੇ। ਧਰਨੀ ਤੋਂ ਭਾਵ ਧਰਤੀ। ਪਰ ਗੁਰੂ ਜੀ ਕਹਿੰਦੇ ਕਿ ਇਹਨਾਂ ਕਾਰਨਾਂ ਦੇ ਨਾਲ, ਇਹਨਾਂ ਕਾਰਜਾਂ ਦੇ ਨਾਲ ਵੀ ਤੁਸੀਂ ਅੱਗੇ ਠੌਰ ਨਹੀਂ ਪਾ ਸਕਦੇ, ਪਰਮਾਤਮਾ ਦੀ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਪਾ ਸਕਦੇ। ਪਰਮਾਤਮਾ ਦੀ ਦਰਗਾਹ ਦੇ ਵਿੱਚ ਜਗ੍ਹਾ ਪਾਉਣ ਦਾ ਜੋ ਮੰਤਵ ਹੈ ਉਹ ਇਹਨਾਂ ਵਿਧੀਆਂ ਦੇ ਨਾਲ ਹਾਸਲ ਨਹੀਂ ਹੁੰਦਾ। ਇਹਨਾਂ ਵਿਧੀਆਂ ਦੇ ਦੁਆਰਾ ਤੁਸੀਂ ਸਿਰਫ ਲੋਕਾਂ ਨੂੰ ਹੀ ਪਤਿਆਉਂਦੇ ਹੋ, ਲੋਕਾਂ ਨੂੰ ਇਹ ਭਰਮ ਜ਼ਰੂਰ ਪਾ ਲੈਂਦੇ ਹੋ ਕਿ ਤੁਸੀਂ ਬੜੇ ਧਾਰਮਿਕ ਮਨੁੱਖ ਹੋ, ਲੋਕਾਂ ਨੂੰ ਤੁਸੀਂ ਆਪਣੇ ਨਾਲ ਜੋੜਨ ਦੇ ਵਿੱਚ ਵੀ ਸਫਲ ਹੋ ਸਕਦੇ ਹੋ, ਪਰ ਪ੍ਰਮਾਤਮਾ ਦੀ ਦਰਗਾਹ ਦੇ ਉੱਪਰ ਜਗ੍ਹਾ ਨਹੀਂ ਪਾ ਸਕਦੇ। ਚਤੁਰ ਵੇਦ ਮੁਖ ਬਚਨੀ ਉਚਰੈ, ਆਗੈ ਮਹਿਲ ਨਾ ਪਾਈਐ, ਬੂਝੈ ਨਾਹੀ ਏਕ ਸੁਦਾਖਰ, ਉਹ ਸਗਲੀ ਝਾਖ ਚਖਾਈਐ। ਜੋ ਪੰਡਤ ਹੈ, ਜੇਕਰ ਉਹ ਚਾਰੇ ਵੇਦ ਮੂੰਹ ਜਵਾਨੀ ਯਾਦ ਵੀ ਕਰ ਲਵੇ, ਬਿਨਾਂ ਵੇਖੇ ਉਹਨਾਂ ਨੂੰ ਉਚਾਰਨ ਦੇ ਯੋਗ ਵੀ ਹੋ ਜਾਵੇ, ਤਾਂ ਵੀ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਗ੍ਹਾ ਹਾਸਲ ਨਹੀਂ ਕਰ ਸਕਦਾ। ਜਿੰਨਾ ਚਿਰ ਤੁਸੀਂ ਇੱਕ ਸ਼ੁੱਧ ਅੱਖਰ, ਸੁਦਾਖਰ ਤੋਂ ਭਾਵ ਸ਼ੁੱਧ ਅੱਖਰ, ਪਵਿੱਤਰ ਲਫ਼ਜ਼ ਉਹ ਪ੍ਰਮਾਤਮਾ ਦਾ ਨਾਮ ਨਹੀਂ ਬੁੱਝਦੇ,
ਉਦੋਂ ਤੱਕ ਜੋ ਵੀ ਤੁਸੀਂ ਮਿੱਥੇ ਹੋਏ ਧਾਰਮਿਕ ਕਾਰਜ ਕਰਦੇ ਪਏ ਹੋ, ਉਹਨਾਂ ਸਾਰਿਆਂ ਦੇ ਦੁਆਰਾ ਤੁਸੀਂ ਝਾਕ ਹੀ ਚਖਾਉਂਦੇ ਹੋ, ਖੁਆਰ ਹੀ ਹੁੰਦੇ ਹੋ। ਨਾਨਕ ਕਹਿਤੋ ਇਹੋ ਵਿਚਾਰਾ, ਜੇ ਕਮਾਵੈ ਸੋ ਪਾਰ ਗਰਾਮੀ। ਨਾਨਕ ਤੁਹਾਨੂੰ ਇੱਕ ਵਿਚਾਰ ਆਖਦਾ ਹੈ, ਜੇਕਰ ਤੁਸੀਂ ਉਸ ਵਿਚਾਰ ਦੇ ਉੱਤੇ ਅਮਲ ਕਰ ਲਿਆ, ਉਸ ਵਿਚਾਰ ਨੂੰ ਕਮਾ ਲਿਆ, ਇਸ ਸੰਸਾਰ ਸਮੁੰਦਰ ਤੋਂ ਤੁਸੀਂ ਪਾਰ ਲੰਘਣ ਦੇ ਯੋਗ ਹੋ ਜਾਓਗੇ। ਉਹ ਬਚਨ ਕਿਹੜਾ ਹੈ, ਉਹ ਵਿਚਾਰ ਕਿਹੜਾ ਹੈ? ਗੁਰ ਸੇਵੋ ਔਰ ਨਾਮ ਧਿਆਵੋ, ਤਿਆਗੋ ਮਨੋ ਗੁਮਾਨੀ। ਗੁਰੂ ਦੀ ਸੇਵਾ ਕਰੋ, ਪਰਮਾਤਮਾ ਦਾ ਨਾਮ ਧਿਆਵੋ ਤੇ ਆਪਣੇ ਮਨ ਚੋਂ ਗੁਮਾਨ ਨੂੰ ਤਿਆਗੋ, ਆਪਣੇ ਹੰਕਾਰ ਨੂੰ ਤਿਆਗੋ, ਆਪਣੀ ਮੈਂ ਨੂੰ ਤਿਆਗੋ। ਸਰੀਰਕ ਇੰਦਰੀਆਂ ਨੂੰ ਵਸ ਵਿੱਚ ਕਰਨ ਦੀ ਬਜਾਏ ਆਪਣੇ ਮਨ ਨੂੰ ਵਸ ਦੇ ਵਿੱਚ ਕਰੋ। ਤੁਹਾਡਾ ਮਨ ਜੋ ਛੋਟੀ ਛੋਟੀ ਗੱਲ ਦੇ ਉੱਤੇ ਵਿਆਕੁਲ ਹੁੰਦਾ ਹੈ, ਉਹਨੂੰ ਇਹ ਗੱਲ ਸਮਝਾਓ ਕਿ ਸਭ ਕੁਝ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਵਾਪਰ ਰਿਹਾ ਹੈ। ਉਹਦੇ ਅੰਦਰ ਇਸ ਗੱਲ ਦਾ ਨਿਸ਼ਚਾ ਕਰਵਾਓ ਤੇ ਉਹਦੇ ਲਈ ਜ਼ਰੂਰੀ ਸ਼ਰਤ ਹੈ ਕਿ ਅਸੀਂ ਆਪਣੀ ਮੈਂ ਨੂੰ, ਆਪਣੇ ਗੁਮਾਨ ਨੂੰ, ਆਪਣੇ ਹੰਕਾਰ ਨੂੰ ਖਤਮ ਕਰੀਏ। ਗੌੜੀ ਮਾਲਾ ਪੰਜਵਾਂ। ਮਾਧੋ ਹਰ 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 ਮੁਖ ਕਹੀਐ, ਹਮ ਤੇ ਕਛ ਨਾ ਹੋਵੈ ਸੁਆਮੀ, ਜਿਉ ਰਾਖੋ ਤਿਉ ਰਹੀਐ। ਰਹਾਓ। ਮਾਧੋ ਸ਼ਬਦ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ। ਇਸ ਦਾ ਅਰਥ ਹੈ ਮਾਇਆ ਦਾ ਪਤੀ, ਕਿ ਹੇ ਮਾਇਆ ਦੇ ਪਤੀ ਪ੍ਰਭੂ, ਸਾਡੇ ਤੇ ਕਿਰਪਾ ਕਰ ਕਿ ਅਸੀਂ ਹਰ ਵਕਤ ਤੇਰਾ ਨਾਮ ਆਪਣੇ ਮੂੰਹੋਂ ਉਚਾਰ ਸਕੀਏ। ਹੇ ਸੁਆਮੀ ਪਰਮਾਤਮਾ, ਹਮ ਤੇ ਕਛ ਨਾ ਹੋਵੈ, ਸਾਡੇ ਤੋਂ ਕੁਝ ਵੀ ਨਹੀਂ ਹੋ ਸਕਦਾ। ਸਾਨੂੰ ਜਿਵੇਂ ਤੂੰ ਰੱਖਦਾ ਹੈ ਅਸੀਂ ਉਵੇਂ ਹੀ ਰਹਿੰਦੇ ਹਾਂ। ਕਿਆ ਕਿਛ ਕਰੈ ਕੇ ਕਰਨੇ ਹਾਰਾ, ਕਿਆ ਇਸ ਹਾਥ ਵਿਚਾਰੇ। ਕਿ ਇਹ ਜੋ ਮਨੁੱਖ ਹੈ, ਇਹ ਜੋ ਜੀਵ ਹਨ, ਇਹ ਕੀ ਕਰ ਸਕਦੇ ਹਨ, ਕੀ ਕਰਨ ਦੇ ਇਹ ਯੋਗ ਹਨ, ਕੀ ਇਹਨਾਂ ਦੇ ਹੱਥ ਵਿੱਚ ਹੈ। ਭਾਵ ਕਿ ਨਾ ਇਹਨਾਂ ਦੇ ਕੁਝ ਹੱਥ 'ਚ ਆ, ਨਾ ਇਹ ਕੁਝ ਕਰ ਸਕਦੇ ਹਨ, ਨਾ ਹੀ ਇਹ ਕੁਝ ਕਰਨ ਦੇ ਯੋਗ ਹਨ। ਜਿਤ ਤੁਮ ਲਾਵੋ ਤਿਤ ਹੀ ਲਾਗਾ, ਪੂਰਨ ਖਸਮ ਹਮਾਰੇ। ਕਿ ਹੇ ਸਾਡੇ ਸੰਪੂਰਨ ਖਸਮ ਪਰਮਾਤਮਾ, ਜਿਵੇਂ ਤੂੰ ਜੀਵਾਂ ਨੂੰ ਲਾਉਂਦਾ ਹੈ, ਜਿਹੜੇ ਪਾਸੇ ਲਾਉਂਦਾ ਹੈ ਉਸੇ ਪਾਸੇ ਹੀ ਉਹ ਲੱਗਦੇ ਹਨ। ਜੋ ਕਰਨ ਲਈ ਤੂੰ ਉਹਨਾਂ ਨੂੰ ਪ੍ਰੇਰਦਾ ਹੈ ਉਹੀ ਜੀਵ ਕਰਦੇ ਹਨ। ਕਰੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵੋ। ਸਾਰਿਆਂ ਨੂੰ ਦਾਤਾਂ ਦੇਣ ਵਾਲੇ ਪਰਮਾਤਮਾ, ਸਾਡੇ ਤੇ ਵੀ ਕਿਰਪਾ ਕਰਕੇ ਸਾਡੀ ਤੇਰੇ ਇੱਕ ਰੂਪ ਦੇ ਵਿੱਚ ਲਗਨ ਲੱਗ ਜਾਵੇ। ਨਾਨਕ ਕੀ ਬੇਨੰਤੀ ਹਰ ਪਹਿ, ਆਪਣਾ ਨਾਮ ਜਪਾਵੋ। ਉਸ ਪਰਮਾਤਮਾ ਦੇ ਪਾਸ ਨਾਨਕ ਦੀ ਬੇਨਤੀ ਹੈ, ਅਰਜ਼ੋਈ ਹੈ ਕਿ ਹੇ ਪ੍ਰਮਾਤਮਾ, ਮੈਥੋਂ ਆਪਣਾ ਨਾਮ ਜਪਾ। ਰਾਗ ਗੌੜੀ ਮਾਝ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੀਨ ਦਇਆਲ ਦਮੋਦਰ ਰਾਇਆ ਜੀਓ, ਕੋਟ ਜਨਾ ਕਰ ਸੇਵ ਲਗਾਇਆ ਜੀਓ। ਜੋ ਪਹਿਲੀ ਪੰਕਤੀ ਹੈ ਉਹਦੇ ਵਿੱਚ ਸਾਰੇ ਹੀ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ, ਤੇ ਜੋ ਦੂਸਰੀ ਪੰਕਤੀ ਹੈ ਉਹਦੇ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਤੂੰ ਕਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਭਗਤੀ ਦੇ ਵਿੱਚ ਲਾਇਆ ਹੋਇਆ ਹੈ। ਕਿ ਹੇ ਪ੍ਰਮਾਤਮਾ, ਤੂੰ ਕਰੋੜਾਂ ਹੀ ਜੀਵਾਂ ਨੂੰ ਆਪਣੀ ਭਗਤੀ ਦੇ ਵਿੱਚ ਲਾਇਆ ਹੋਇਆ ਹੈ। ਭਗਤ ਵਸ਼ਲ ਤੇਰਾ ਬਿਰਦ ਰਖਾਇਆ ਜੀਓ। ਵਸ਼ਲ ਤੋਂ ਭਾਵ ਪ੍ਰੇਮ ਪਿਆਰ, ਤੇ ਬਿਰਦ ਤੋਂ ਭਾਵ ਮੁੱਢ ਕਦੀਮਾਂ ਦਾ ਸੁਭਾਅ। ਭਗਤਾਂ ਦੇ ਪਿਆਰੇ ਬਣੇ ਰਹਿਣਾ ਤੇਰਾ ਮੁੱਢ ਕਦੀਮਾਂ ਤੋਂ ਹੀ ਸੁਭਾਅ ਹੈ। ਕਿ ਤੇਰਾ ਸੁਭਾਅ ਹੈ ਕਿ ਤੂੰ ਆਪਣੇ ਭਗਤਾਂ ਦਾ ਪਿਆਰਾ ਬਣਿਆ ਰਹਿੰਦਾ ਹੈ। ਪੂਰਨ ਸਭਨੀ ਜਾਈ ਜੀਓ, ਕਿ ਤੂੰ ਸਾਰੀਆਂ ਥਾਵਾਂ ਦੇ ਉੱਤੇ ਮੌਜੂਦ ਹੈ। ਕਿਉ ਪੇਖਾ ਪ੍ਰੀਤਮ ਕਵਨ ਸੁਕਰਨੀ ਜੀਓ। ਕਿ ਮੈਂ ਕਿਵੇਂ ਉਸ ਪ੍ਰੀਤਮ ਪਰਮਾਤਮਾ ਦਾ ਦਰਸ਼ਨ ਕਰਾਂ, ਉਹਨੂੰ ਮੈਂ ਕਿਵੇਂ ਵੇਖਾਂ, ਉਹ ਕਿਹੜੀ ਸ੍ਰੇਸ਼ਟ ਕਰਨੀ ਹੈ ਜੋ ਕਰਕੇ ਮੈਂ ਉਸ ਪਰਮਾਤਮਾ ਦਾ ਦਰਸ਼ਨ ਕਰ ਸਕਾਂ। ਸੰਤਾ ਦਾਸੀ ਸੇਵਾ ਚਰਨੀ ਜੀਓ। ਤੇ ਇਸ ਅਗਲੀ ਹੀ ਪੰਕਤੀ ਦੇ ਵਿੱਚ ਗੁਰੂ ਜੀ ਜਵਾਬ ਵੀ ਦੇ ਦਿੰਦੇ ਹਨ ਕਿ ਸੰਤਾਂ ਦੀ ਦਾਸੀ ਬਣ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਪਰਮਾਤਮਾ ਦੇ ਨਾਲ ਲਿਵ ਜੋੜੀ ਜਾ ਸਕਦੀ ਹੈ। ਇਹ ਜੀਓ ਬਤਾਈ ਬਲ ਬਲ ਜਾਈ ਜੀਓ। ਬਤਾਈ ਤੋਂ ਭਾਵ
कुर्बान कर देनी, सदके कर देनी कि मैं अपनी यह जियो, अपनी ये जिंद उस परमात्मा तो सदके करदी हाँ। उस परमात्मा की वडमुलता तो मैं बल बल जाती हाँ, बलहारे जाती हाँ। तिस निव निव लागो पाई जियो, मैं लिफ लिफ के ओदे पैरीं लगदी हाँ। पोथी पंडित वेद खुजंता जियो, होए वैरागी तीर्थ नावंता जियो, गीत नाद कीर्तन गावंता जियो। कई पंडित लोग हैं जो धार्मिक पुस्तकां दी वेदां आदि की खोज पड़ताल करते हैं, उन्होंने पढ़ते हैं, उन्हां चों ज्ञान हासिल करने की कोशिश करते हैं। कई लोग विरागवान हो के तीर्थ इशनानां ते निकल पैंदे हैं, वो दूर दुराडियां थावां ते जा जा के तीर्थ इशनान करते हैं। इसे नूं ही वो अपने जीवन का मंतव बना लैंदे हैं। ते कई लोग गीत गाउंदे हैं, नाद भाव के साज वजाउंदे हैं, उस परमात्मा का कीर्तन करते हैं। ते गुरु जी कहते हर निरभव नाम ध्याई जियो, कि मैं उस परमात्मा का नाम ध्याउंदा हाँ जो मैनू निरभव बनाउंदा है, निडर बनाउंदा है। भए किरपाल स्वामी मेरे जियो, पतित पवित लग गुर के पैरे जियो। कि जेकर वो मालक परमात्मा जीवां दे उपर दयावान हो जावे, खुश हो जावे, तां पतित होए होए विकारां दे विच डिगे होए मनुखां नूं भी ओह पवित्र कर लैंदा है, गुरु दे चरनां दे नाल जोड़ के। भरम भौ काट कीए निरवैरे जियो, जदों तुसी गुरु दे चरनां दे नाल जुड़ जांदे हो, तुहाडे भरम भौ कट्टे जांदे हन, तुसी निरवैर हो जांदे हो। गुर मन की आस पुराई जियो, कि गुरु ने मेरे मन की आस पूरी कीती है। जिन नाओ पाया सो धनवंता जियो, जिस मनुख ने उस परमात्मा का नाम धन हासिल कर लिया, वो धनवान है, वो धनाड़ है, वो अमीर है। जिन प्रभ ध्याया सो सोभावंता जियो, जिन्हें उस परमात्मा का नाम ध्याया, उस परमात्मा दे विच अपना ध्यान धरिया, वो शोभावान हो जाता है, वो वडियाई खटदा है। जिस साधु संगत तिस सब सुकरनी जियो, जिहड़ा मनुख साध संगत दे विच जुड़ गया, उहदी हर करनी ही श्रेष्ठ हो जाती है। जन नानक सहज समाई जियो, जन नानक ये आखदा है कि वह मनुख आत्मक अडोलता दे विच लीन हो जाता है, सहज दे विच समा जाता है। सो इस दे नाल ही श्री गुरु ग्रंथ साहिब जी के 216वें अंग की बाणी की व्याख्या की समाप्ति हुंदी है जी। अज दे अंग की बाणी तो असी जो साडे शरीर दीयां मुੱਢਲੀਆਂ ਜ਼ਰੂਰਤਾਂ ਹਨ उन्हां दे बारे च थोड़ी जही जानकारी हासिल की, ते किवें उन्हां ਜ਼ਰੂਰਤਾਂ तो मुनकर हो के त्यागी बन जाना, उन्हां ਜ਼ਰੂਰਤਾਂ ਨੂੰ ਦੱਬਣ ਦੀ कोशिश करना उस कुदरत के नियम के खिलाफ है। ते नाल दी नाल ये संदेश भी असीं दिता है कि उन्हां ਜ਼ਰੂਰਤਾਂ ਦਾ उन्हां ਜ਼ਰੂਰਤਾਂ ਨੂੰ लोड़ तो वध वधा लेना भी उस कुदरत के नियम की खिलाफियत है। सो बाणी दे राही साडा ये मकसद है कि असीं उन्हां ਜ਼ਰੂਰਤਾਂ ਨੂੰ पछाण सकीए, उन्हां दे सही मिकदार ਨੂੰ पछाण सकीए, उन्हां ਨੂੰ घटाउण अते वधाउण दोनां तो ही गुरेज करन दी सिੱਖਿਆ हासिल कर सकीए। दूजी गल मिथे होए धार्मिक कारजां दी होई है एक बार फिर तो कि ये कारज सानू बाहर वल नूं जोड़दे हन, ये कारज सानू परमात्मा तो दूर लिजांदे हन। मिथे होए धार्मिक कारजां दे विच रुझिया रहण वाला मनुख औखा समा आउण ते अपने आप नूं स्थिर रखण तो असमर्थ हो जाता है, ते उत्थे ही बाणी दे नाल जुड़ना, गुरु दे असली ज्ञान दे नाल जुड़न वाला मनुख औखे तो औखे समय दे विच भी स्थिर रहण दी सिੱਖਿਆ हासिल कर लैंदा है। इन्हां ही संदेशां दे नाल अज दी वीडियो की समाप्ति करते हैं जी। बुलाओ फतेह। वाहिगुरू जी का खालसा, वाहिगुरू जी की फतेह।